हेलो एवरीवन, वेलकम यू ऑल इन योर ओन चैनल लर्न एवरीथिंग। सो ਹੁਣ ਆਪਾਂ ਥੋੜਾ ਦੇਖਾਂਗੇ ਜਨਰਲ ਪ੍ਰਿੰਸੀਪਲ ਆਫ ਆਈਸੋਲੇਸ਼ਨ ਦੇ ਵਿੱਚੋਂ ਜਸਟ ਰਿਕੈਪ ਦੇਵਾਂਗੇ, ਫਾਈਨਲ ਰਿਵੀਜ਼ਨ ਦੇਵਾਂਗੇ। ਠੀਕ ਹੈ, ਇੰਪੋਰਟੈਂਟ ਜਸਟ ਚੀਜ਼ਾਂ ਦੇਖਾਂਗੇ ਕਿ ਤੁਹਾਨੂੰ ਪਤਾ ਹੈ। ਪਹਿਲਾ ਦਾ ਪੁਆਇੰਟ ਇਹ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿ ਜਿੰਨੀਆਂ ਵੀ ਔਰਸ ਆ ਉਹ ਮਿਨਰਲ ਹੁੰਦੀਆਂ, ਬਟ ਸਾਰੇ ਮਿਨਰਲਸ ਜਿਹੜੇ ਔਰ ਨਹੀਂ ਹੁੰਦੇ। ਠੀਕ ਹੈ ਨਾ, ਕਿਉਂਕਿ ਜਿਨ੍ਹਾਂ ਤੋਂ ਅਸੀਂ ਇਕਨੋਮਿਕਲੀ ਜਾਂ ਕਨਵੈਂਸ਼ਨਲੀ ਬਾਹਰ ਨਿਕਾਲ ਸਕਦੇ ਹਾਂ ਮੈਟਲ ਨੂੰ, ਉਹਨਾਂ ਨੂੰ ਆਪਾਂ ਕਹਿ ਦਿੰਦੇ ਕਿ ਉਹ ਔਰਸ ਹੈਗੀਆਂ ਨੇ। ਅਤੇ ਮਿਨਰਲਸ ਕੀ ਹੁੰਦੇ ਜਿਨ੍ਹਾਂ ਵਿੱਚ ਮੈਟਲ ਹੁੰਦੀ ਆ, ਜਿਸ ਦੇ ਅੰਦਰ ਮੈਟਲ ਹੈ ਉਹ ਹੈਗੇ ਮਿਨਰਲਸ। ਠੀਕ ਹੈ, ਉਹ ਕੀ ਹੈਗੇ ਨੇ ਮਿਨਰਲ। ਪਰ ਮੈਂ ਹਰ ਇੱਕ ਕੰਪਾਊਂਡ ਦੇ ਅੰਦਰੋਂ ਥੋੜ੍ਹਾ ਮੈਟਲ ਕੱਢ ਸਕਦੀ ਹਾਂ, ਜਿਹਨਾਂ 'ਚੋਂ ਕੱਢ ਸਕਦੀ ਹਾਂ ਉਹ ਕੀ ਬਣ ਜਾਣੀਆਂ ਔਰ, ਯਾਨੀ ਕਿ ਸਾਰੀਆਂ ਔਰ ਕੀ ਸੀ ਮਿਨਰਲ ਹੀ ਸੀਗੀਆਂ, ਬਟ ਸਾਰੇ ਮਿਨਰਲਸ ਔਰ ਨਹੀਂ ਹੋ ਸਕਦੇ। ਸੋ ਇਹ ਵਾਲਾ ਪੁਆਇੰਟ ਨੋਟ ਕਰਨਾ, ਮੈਨੂੰ ਲੱਗਦਾ ਪੇਪਰ 'ਚ ਆ ਸਕਦਾ ਹੈ। ਸੋ ਔਰ ਸਭ ਤੋਂ ਪਹਿਲਾਂ ਔਰ ਲਈ, ਹੁਣ ਉਹ ਤੋਂ ਮੈਂ ਮੈਟਲ ਕੱਢਣੀ ਬਾਹਰ। ਪਹਿਲਾਂ ਤਾਂ ਉਹਨੂੰ ਕਰੂੰਗੀ ਕ੍ਰਸ਼ਿੰਗ ਐਂਡ ਗ੍ਰਾਈਂਡਿੰਗ, ਮਤਲਬ ਪਾਊਡਰ ਕਰ ਲੂੰਗੀ ਉਹਦਾ। ਉਸ ਤੋਂ ਬਾਅਦ ਉਹਦੇ ਵਿੱਚ ਨਾ ਜਿਹੜੇ ਅਨਵਾਂਟਡ ਇੰਪਿਊਰਿਟੀਜ਼ ਹੁੰਦੀਆਂ, ਜਿਹਨੂੰ ਗੈਂਗਿਓ ਜਾਂ ਮੈਟ੍ਰਿਕਸ ਕਹਿ ਦਿੰਦੇ ਹਾਂ, ਉਹ ਆਪਾਂ ਬਾਹਰ ਕੱਢਣੀਆਂ। ਠੀਕ ਹੈ, ਉਹਨੂੰ ਉਹਦਾ ਪ੍ਰੋਸੈਸ ਦਾ ਨਾਮ ਹੈ ਕੌਨਸਨਟ੍ਰੇਸ਼ਨ, ਡਰੈਸਿੰਗ ਜਾਂ ਵੈਨੀਫੈਕਸ਼ਨ। ਕੁਐਸਚਨ ਇਹ ਵੀ ਪੇਪਰ 'ਚ ਆ ਸਕਦਾ ਕਿ ਵਟ ਡੂ ਯੂ ਮੀਨ ਬਾਈ ਕੌਨਸਨਟ੍ਰੇਸ਼ਨ ਆਫ ਔਰ, ਜਾਂ ਫਿਰ ਡਰੈਸਿੰਗ ਆਫ ਔਰ, ਜਾਂ ਵੈਨੀਫਿਕਸ਼ਨ ਆਫ ਔਰ। ਉਹਦਾ ਮਤਲਬ ਹੁੰਦਾ ਅਨਵਾਂਟਡ ਇੰਪਿਊਰਿਟੀਜ਼ ਗੈਂਗਿਓ ਜਾਂ ਮੈਟ੍ਰਿਕਸ ਨੂੰ ਮੈਟਲ ਤੋਂ ਬਾਹਰ ਕੱਢਣਾ। ਸੋ ਸਟੈਪ ਵੀ ਯਾਦ ਰੱਖਣੇ। ਪਹਿਲਾ ਸਟੈਪ ਕੀ ਹੁੰਦਾ ਕ੍ਰਸ਼ਿੰਗ ਐਂਡ ਗ੍ਰਾਈਂਡਿੰਗ, ਦੂਸਰਾ ਸਟੈਪ ਕੀ ਹੁੰਦਾ ਉਹਦੀ ਕੌਨਸਨਟ੍ਰੇਸ਼ਨ ਕਰਨਾ, ਯਾਨੀ ਅਨਵਾਂਟਡ ਇੰਪਿਊਰਿਟੀਜ਼ ਨੂੰ ਬਾਹਰ ਕੱਢਣਾ। ਉਹ ਕੱਢਣ ਦੇ ਅਲੱਗ-ਅਲੱਗ ਤਰੀਕੇ ਆ। ਪਹਿਲਾ ਹੈਗਾ ਗ੍ਰੈਵਿਟੀ ਸੈਪਰੇਸ਼ਨ, ਮੈਗਨੈਟਿਕ ਸੈਪਰੇਸ਼ਨ, ਫਰੋਥ ਫਲੋਟੇਸ਼ਨ, ਲੀਚਿੰਗ। ਦੇਖੋ ਗ੍ਰੈਵਿਟੀ ਸੈਪਰੇਸ਼ਨ 'ਚ ਜੇ ਤਾਂ ਉਹਨਾਂ ਦੀ ਸਪੈਸੀਫਿਕ ਗ੍ਰੈਵਿਟੀ ਯਾਨੀ ਵੇਟ ਦੇ ਵਿੱਚ ਫਰਕ ਹੈਗਾ, ਉਹਦੇ 'ਤੇ ਆਧਾਰਿਤ ਹੈਗਾ ਕਿ ਉਹ ਜਿਹੜੀ ਮੈਟਲ ਆ ਅਤੇ ਗੈਂਗਿਓ ਪਾਰਟੀਕਲਸ ਦੇ ਇਹਨਾਂ ਵਿੱਚ ਬਹੁਤ ਫਰਕ ਹੈਗਾ, ਸਪੈਸੀਫਿਕ ਗ੍ਰੈਵਿਟੀਜ਼ ਦੇ ਵਿੱਚ ਬਹੁਤ ਫਰਕ ਆ, ਤਾਂ ਅਸੀਂ ਲੈਵੀਗੇਸ਼ਨ ਮੈਥਡ ਯੂਜ਼ ਕਰਦੇ ਹਾਂ। ਸਿੱਧਾ ਹੀ ਪੇਪਰ 'ਚ ਪੁੱਛਿਆ ਜਾਂਦਾ ਲੈਵੀਗੇਸ਼ਨ ਕਦੋਂ ਯੂਜ਼ ਕੀਤਾ ਜਾਂਦਾ, ਵੈਨ ਦਾ ਦੇਅਰ ਇਜ਼ ਦਾ ਡਿਫਰੈਂਸ ਬਿਟਵੀਨ ਦਾ ਸਪੈਸੀਫਿਕ ਗ੍ਰੈਵਿਟੀਜ਼ ਆਫ ਮੈਟਲ ਔਰ ਐਂਡ ਗੈਂਗਿਓ ਪਾਰਟੀਕਲ। ਇਹ ਕਿਹਦੇ ਲਈ ਯੂਜ਼ ਕਰਦੇ ਆਪਾਂ ਜ਼ਿਆਦਾਤਰ ਆਇਰਨ ਜਾਂ ਐਸਨ, ਇਹਨਾਂ ਦੇ ਆਕਸਾਈਡਸ ਲਈ, ਜਾਂ ਨੇਟਿਵ ਹੁੰਦੀਆਂ ਜਿਹੜੀਆਂ ਕੰਪਾਊਂਡ ਫਾਰਮ 'ਚ ਨਹੀਂ ਮਿਲਦੀਆਂ, ਜਿੱਦਾਂ ਸੋਨਾ ਚਾਂਦੀ ਹੋ ਗਏ ਨਾ, ਪਲੈਟੀਨਮ ਇਹ ਹੋ ਗਏ, ਇਹ ਸਾਨੂੰ ਆਪਣੇ ਨੇਟਿਵ ਸਟੇਟ 'ਚ ਹੀ ਮਿਲਦੀਆਂ। ਇਹਨਾਂ ਲਈ ਆਪਾਂ ਲੈਵੀਗੇਸ਼ਨ ਯੂਜ਼ ਕਰ ਲੈਂਦੇ ਹਾਂ। ਦੂਸਰਾ ਹੁੰਦਾ ਇਲੈਕਟ੍ਰੋਮੈਗਨੈਟਿਕ ਸੈਪਰੇਸ਼ਨ, ਨਾਮ ਤੋਂ ਹੀ ਮੈਗਨੇਟ ਦੀ ਹੈਲਪ ਨਾਲ। ਠੀਕ ਹੈ, ਜਿੱਦਾਂ ਮੰਨ ਲਓ ਰੇਤਾ ਲੋਹੇ 'ਚ ਮਿਕਸ ਲੋਹਾ ਦੇ ਕਣ ਰੇਤਾ ਵਿੱਚ ਮਿਕਸ ਹੋ ਗਿਆ ਨਾ, ਹੁਣ ਮੈਗਨੇਟ ਕੀ ਕਰੇਗੀ, ਲੋਹੇ ਨੂੰ ਖਿੱਚ ਲਏਗੀ। ਠੀਕ ਹੈ, ਸੋ ਇਹ ਆਇਰਨ ਦੀਆਂ ਲਈ, ਜਿੰਨੀਆਂ ਵੀ ਆਇਰਨਸ ਦੀਆਂ ਹੋਰ ਦਿਖ 'ਚ ਐਫ ਹੀ ਦਿਖੇਗਾ। ਫਰੋਥ ਫਲੋਟੇਸ਼ਨ ਵੈਰੀ ਇੰਪੋਰਟੈਂਟ, ਡਿਫਰੈਂਸ ਇਨ ਦਾ ਵੈਟਿੰਗ ਪ੍ਰੋਪਰਟੀ ਆਫ ਔਰ ਐਂਡ ਗੈਂਗਿਓ ਪਾਰਟੀਕਲ ਵਿਦ ਵਾਟਰ ਐਂਡ ਆਇਲ। ਵਾਟਰ ਅਤੇ ਆਇਲ ਨਾਲ ਵੈਟ ਹੋਣ ਦੀਆਂ ਪ੍ਰੋਪਰਟੀਜ਼ ਉਹਨਾਂ ਦੀਆਂ ਅਲੱਗ। ਇਹ ਹੁੰਦਾ ਮੈਕਸੀਮਮ ਸਲਫਾਈਡਸ ਔਰ ਲਈ, ਕਿਹਦੇ ਲਈ ਹੁੰਦਾ ਇਹ ਸਲਫਾਈਡਸ ਔਰ ਦੇ ਲਈ। ਕਲੀਅਰ ਜੀ, ਇਹ ਸਲਫਾਈਡਸ ਔਰ ਲਈ ਯੂਜ਼ ਕੀਤਾ ਜਾਂਦਾ ਆ। ਸੋ ਜਿੰਕ ਸਲਫਾਈਡ ਜਿਹਨਾਂ ਵਿੱਚ ਤੁਹਾਨੂੰ ਐਸ ਦਿਖ ਜੂਗਾ ਨਾ, ਉੱਥੇ ਫਰੋਥ ਫਲੋਟੇਸ਼ਨ ਪ੍ਰੋਸੈਸ ਲਗਾ ਦੇਣਾ। ਉਸ ਤੋਂ ਬਾਅਦ ਬਚਿਆ ਲੀਚਿੰਗ। ਲੀਚਿੰਗ ਕੀ ਹੁੰਦਾ, ਇਹਦੇ ਵਿੱਚ ਔਰ ਨੂੰ ਆਪਾਂ ਟਰੀਟ ਕਰਦੇ ਵਿਦ ਕੁਛ ਕੈਮੀਕਲ ਰੀਏਜੈਂਟਸ ਨਾਲ, ਜਿਹੜੇ ਸਿਲੈਕਟਿਵਲੀ ਡਿਜ਼ੋਲਵਡ ਹੋ ਜਾਣਗੇ। ਠੀਕ ਆ, ਔਰ ਨੂੰ ਡਿਜ਼ੋਲਵ ਕਰਨਗੇ, ਬਟ ਇੰਪਿਊਰਿਟੀਜ਼ ਨੂੰ ਨਹੀਂ ਘੋਲਣਗੇ। ਕਿਹਨੂੰ ਘੋਲਣਗੇ ਉਹ ਇੰਪਿਊਰਿਟੀਜ਼ ਨੂੰ ਨਹੀਂ ਆਪਣੇ 'ਚ ਘੋਲਣਗੇ, ਔਰ ਨੂੰ ਡਿਜ਼ੋਲਵ ਕਰ ਲੈਣਗੇ। ਉਹਨੂੰ ਕਹਿੰਦੇ ਲੀਚਿੰਗ। ਕਿਸੇ ਖਾਸ ਕੈਮੀਕਲ ਰੀਏਜੈਂਟ ਦਾ ਆਪਾਂ ਹੈਲਪ ਲੈਣੀ ਇਹ 'ਚ ਐਗਜ਼ਾਮਪਲ ਹੈਗੀ ਬੌਕਸਾਈਡ ਐਲੂਮੀਨੀਅਮ ਦੀ ਜਿਹੜੀ ਔਰ ਹੈ, ਸਿਲਵਰ। ਠੀਕ ਹੈ, ਏਜੀ ਸਿਲਵਰ ਹੋ ਗਿਆ, AU ਔਰੇਟ ਸੋਨਾ ਹੋ ਗਿਆ, ਗੋਲਡ ਹੋ ਗਿਆ। ਠੀਕ ਹੈ, ਸੋ ਇਹ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਨਾ। ਇਹਦੇ ਵਿੱਚ ਅਲੱਗ-ਅਲੱਗ ਸਿੰਪਲ ਜੇ ਕਹੀਏ ਤਾਂ ਲੈਵੀਗੇਸ਼ਨ ਮਤਲਬ ਸਪੈਸੀਫਿਕ ਗ੍ਰੈਵਿਟੀ 'ਤੇ ਬੇਸ ਆ, ਇਹ ਉਹਦੀਆਂ ਮੈਗਨੈਟਿਕ ਪ੍ਰੋਪਰਟੀ 'ਤੇ, ਇਹ ਵੈਟਿੰਗ ਪ੍ਰੋਪਰਟੀ 'ਤੇ, ਇਹ ਕੈਮੀਕਲ ਰੀਏਜੈਂਟ ਨਾਲ ਰਿਐਕਟ ਕਰਨ 'ਤੇ। ਕਲੀਅਰ। ਇਹ ਵੀ ਪੁੱਛਿਆ ਸਕਦਾ ਲੀਚਿੰਗ 'ਚ ਆਪਾਂ ਕਿੱਦਾਂ ਦਾ ਕੈਮੀਕਲ ਸੋਲਵੈਂਟ ਲੈਂਦੇ ਹਾਂ, ਜਿਹੜਾ ਮੈਟਲ ਨੂੰ ਡਿਜ਼ੋਲਵ ਕਰੇ ਜਾਂ ਫਿਰ ਇੰਪਿਊਰਿਟੀਜ਼ ਨੂੰ ਜਿਹੜਾ ਆਪਣੇ ਆਪ ਦੇ ਵਿੱਚ ਔਰ ਉਸ ਔਰ ਨੂੰ ਡਿਜ਼ੋਲਵ ਕਰ ਲਵੇ, ਇੰਪਿਊਰਿਟੀਜ਼ ਨੂੰ ਨਾ ਕਰੇ। ਇੱਦਾਂ ਦਾ ਕੈਮੀਕਲ ਸਬਸਟੈਂਸ ਲੈਣਾ। ਹੁਣ ਹੁੰਦਾ ਸਾਡਾ ਕੰਮ, ਇਹ ਤਾਂ ਹੋ ਗਿਆ ਅਸੀਂ ਕੌਨਸਨਟ੍ਰੇਸ਼ਨ ਕਰ ਦਿੱਤੀ। ਉਸ ਤੋਂ ਬਾਅਦ ਜਿਹੜੀਆਂ ਕਰਿਊਡ ਮੈਟਲਸ ਆ ਨਾ, ਉਹ 'ਚੋਂ ਉਹਨਾਂ ਨੂੰ ਬਾਹਰ ਕੱਢਣਾ। ਉਹ ਦੇਖਦੇ ਹਾਂ। ਦੇਖੋ ਸਭ ਤੋਂ ਪਹਿਲਾਂ ਤਾਂ ਦੋ ਤਰੀਕੇ ਆ ਵੈਰੀ ਇੰਪੋਰਟੈਂਟ, ਕੈਲਕੂਲੇਸ਼ਨ ਅਤੇ ਰੋਸਟਿੰਗ। ਠੀਕ ਹੈ, ਸਾਡੇ ਕੋਲ ਕੀ ਹੈ ਇੱਕ ਕੈਲਕੂਲੇਸ਼ਨ, ਮਤਲਬ ਅਸੀਂ ਨਾ ਕੀ ਕਰਦੇ ਹਾਂ, ਪਹਿਲਾਂ ਉਸ ਮੈਟਲ ਨੂੰ ਆਪਾਂ ਉਹਦੇ ਆਕਸਾਈਡਸ 'ਚ ਕਨਵਰਟ ਕਰਦੇ ਹਾਂ। ਦੋ ਤਰੀਕੇ ਨਾਲ ਕੀਤੇ ਜਾਂਦੇ, ਇੱਕ ਹੁੰਦੀ ਕੈਲਕੂਲੇਸ਼ਨ, ਇੱਕ ਰੋਸਟਿੰਗ। ਕੈਲਕੀ ਕ ਤੋਂ ਕਮੀ ਹੋਣੀ, ਕਮੀ ਕਾਹਦੀ, ਏਅਰ ਦੀ ਜਾਂ ਐਬਸੈਂਸ ਹੋਣੀ। ਜਦੋਂ ਅਸੀਂ ਬਿਨਾਂ ਏਅਰ ਜਾਂ ਐਬਸੈਂਸ ਆਫ ਏਅਰ 'ਚ ਹੀਟ ਕਰਦੇ ਹਾਂ, ਉਹਨੂੰ ਕਹਿੰਦੇ ਕੈਲਕੂਲੇਸ਼ਨ। ਇਹ ਯੂਜ਼ ਕਰਦੇ ਹਾਂ ਸੀ ਤੋਂ ਹੀ ਕਾਰਬੋਨੇਟਡ ਔਰਸ ਲਈ। ਇਹ ਪੇਪਰ 'ਚ ਆ ਸਕਦਾ ਕਿਹਨਾਂ ਲਈ ਯੂਜ਼ ਕਰਦੇ ਆਪਾਂ, ਕਾਰਬੋਨੇਟਡ ਔਰਸ ਲਈ। ਅਤੇ ਰੋਸਟਿੰਗ ਕੀ ਹੁੰਦਾ, ਐਕਸੈਸ ਆਫ ਏਅਰ ਦੇ ਵਿੱਚ ਜਾਣਾ। ਇਹ ਕਰਦੇ ਆਪਾਂ ਸਲਫਾਈਡਸ ਵਾਲੇ, ਜਿਹਦੇ ਪਿੱਛੇ ਤੁਹਾਨੂੰ ਸਲਫਾਈਡ ਦਿਖੇਗਾ ਨਾ, ਉਹ ਰੋਸਟਿੰਗ ਵਾਲਾ ਪ੍ਰੋਸੈਸ ਹੋਣਾ। ਜਿਹਦੇ ਪਿੱਛੇ ਕਾਰਬੋਨੇਟ ਦਿਖੇਗਾ, ਉਹ ਤੁਹਾਨੂੰ ਕੈਲਕੂਲੇਸ਼ਨ। ਸੋ ਇਹ 'ਚ ਗੈਸ ਵੀ ਦੇਖੋ, ਸੀ ਤੋਂ ਕਮੀ, ਆਕਸੀਜਨ ਦੀ ਕਮੀ, ਕਾਰਬੋਨੇਟਡ ਔਰ ਸੀ ਤੋਂ ਹੀ ਕਾਰਬਨ ਡਾਈਆਕਸਾਈਡ ਨਿਕਲੇਗੀ, ਜਿਹੜੀ ਸਲਫਾਈਡਸ ਔਰ 'ਚ ਸਲਫਰ ਡਾਈਆਕਸਾਈਡ ਨਿਕਲੇਗੀ। ਇਹ ਜਸਟ ਰੋਸਟਿੰਗ ਦਾ ਉਲਟਾ ਹੈ, ਵੈਰੀ ਇੰਪੋਰਟੈਂਟ ਹੈ ਇਹ ਵਾਲਾ ਪੁਆਇੰਟ।
ਪਹਿਲਾ ਕੰਮ ਤਾਂ ਇਹ ਕਰਨਾ ਕਰੂਡ ਮੈਟਲ ਲਈ ਤੁਸੀਂ ਕੀ ਕਰੋ ਮੈਟਲ ਨੂੰ ਉਹਦੇ ਆਕਸਾਈਡ 'ਚ ਕਨਵਰਟ ਕਰ ਦਿਓ। ਜਿੱਦਾਂ ਜਿੰਕ ਕਾਰਬੋਨੇਟ ਸੀਗਾ ਉਹਨੂੰ ਜਿੰਕ ਆਕਸਾਈਡ 'ਚ ਕਨਵਰਟ ਕਰਤਾ, ਜਿੰਕ ਸਲਫਾਈਡ ਸੀਗਾ ਉਹਨੂੰ ਜਿੰਕ ਠੀਕ ਹੈ ਆਕਸਾਈਡ 'ਚ ਕਨਵਰਟ ਕਰਤਾ, ਆਕਸਾਈਡ ਬਣ ਗਏ, ਆਪਣਾ ਕੰਮ ਹੋ ਗਿਆ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ, ਇਹ ਆਕਸਾਈਡਸ ਦੀ ਹੀ ਰਿਡਕਸ਼ਨ ਕਰਵਾਉਣੀ ਠੀਕ ਹੈ। ਜ਼ਿਆਦਾਤਰ ਆਪਾਂ ਰਿਡਿਊਸਿੰਗ ਜਿਹੜੇ ਰਿਡਿਊਸਿੰਗ ਏਜੰਟ ਯੂਜ਼ ਕਰਦੇ ਆ ਕਾਰਬਨ ਤੇ ਕਾਰਬਨ ਮੋਨੋਆਕਸਾਈਡ ਯੂਜ਼ ਕਰਦੇ ਆ। ਕਿਹੜੇ ਕਰਦੇ ਕਾਰਬਨ ਜਾਂ ਕਾਰਬਨ ਮੋਨੋਆਕਸਾਈਡ। ਜਿੱਦਾਂ ਜ਼ਿੰਕ ਆਕਸਾਈਡ ਬਣਿਆ ਉਹਨੂੰ ਕਾਰਬਨ ਨਾਲ ਰਿਡਿਊਸ ਕਰਾ ਲਓ, ਜਿਹੜਾ ਆਇਰਨ ਆਕਸਾਈਡ ਹੈ ਇਹਨੂੰ ਕਾਰਬਨ ਮੋਨੋਆਕਸਾਈਡ ਨਾਲ ਰਿਡਿਊਸ ਕਰਾ ਲਿਆ, ਨਿੱਕਲ ਵਾਲੇ ਆ ਤਾਂ ਹਾਈਡਰੋਜਨ ਨਾਲ ਕਰਵਾ ਲਓ ਠੀਕ ਆ। ਜਿਹੜੇ ਇਹ ਵਾਲੇ ਕ੍ਰੋਮੀਅਮ ਵਾਲੇ ਹੈਗੇ ਇਹਨੂੰ ਐਲੂਮੀਨੀਅਮ ਨਾਲ ਕਰਾ ਲਓ। ਇਹਨੂੰ ਐਲੂਮੀਨੋਥੈਰੇਪੀ ਜਾਂ ਫਿਰ ਗੋਲਡਸਮਿਥ ਥਰਮਾਈਟ ਪ੍ਰੋਸੈਸ ਵੀ ਕਹਿੰਦੇ ਆ, ਯਾਦ ਰੱਖਿਓ ਬਹੁਤ ਇੰਪੋਰਟੈਂਟ ਆ ਠੀਕ ਆ। ਗੋਲਡਸਮਿਥ ਥਰਮਾਈਟ ਪ੍ਰੋਸੈਸ ਦੇ ਵਿੱਚ ਆਪਾਂ ਰਿਡਕਸ਼ਨ ਵਿਦ ਐਲੂਮੀਨੀਅਮ ਕਰਾਤੀ, ਨਿੱਕਲ ਦੀ ਆਪਾਂ ਹਾਈਡਰੋਜਨ ਨਾਲ ਕਰਾਉਂਦੇ ਆ, ਜ਼ਿੰਕ ਵਾਲਿਆਂ ਦੀ ਕਾਰਬਨ ਨਾਲ ਕਰਾ ਦਿੰਦੇ, ਆਇਰਨ ਵਾਲਿਆਂ ਦੀ ਕਾਰਬਨ ਮੋਨੋਆਕਸਾਈਡ ਨਾਲ ਕਰਾ ਦਿੰਦੇ। ਸੋ ਇਹ ਕੰਮ ਆਪਣਾ ਪਹਿਲਾਂ ਇਹ ਹੋ ਗਿਆ। ਅੱਛਾ ਜੀ ਕਰੂਡ ਮੈਟਲਸ ਦਾ ਬਾਹਰ ਕੱਢਦੇ ਹਾਂ, ਹੁਣ ਅਸੀਂ ਇਹਨੂੰ ਕਰਨਾ ਪਿਊਰੀਫਾਈ। ਕੀ ਕਰਨਾ ਪਿਊਰੀਫਿਕੇਸ਼ਨ ਜਾਂ ਰਿਫਾਈਨਿੰਗ, ਇਹ ਬਹੁਤ ਇੰਪੋਰਟੈਂਟ ਆ। ਸਭ ਤੋਂ ਪਹਿਲਾਂ ਡਿਸਟੀਲੇਸ਼ਨ, ਲਿਕੁਏਸ਼ਨ, ਇਲੈਕਟ੍ਰੋ ਰਿਫਾਈਨਿੰਗ, ਜ਼ੋਨ ਰਿਫਾਈਨਿੰਗ। ਡਿਸਟੀਲੇਸ਼ਨ 'ਚ ਆਪਾਂ ਕੀ ਕਰਦੇ ਹਾਂ, ਇਹਦਾ ਨਾ ਸਿੱਧਾ ਪ੍ਰਿੰਸੀਪਲ ਆਉਂਦਾ ਪੇਪਰ 'ਚ। ਜਦੋਂ ਲੋ ਬੋਇਲਿੰਗ ਲਿਕੁਇਡਸ ਹੈਗੇ ਆ ਉਹਨਾਂ ਲਈ ਯੂਜ਼ ਕਰਦੇ, ਕਿਹਨਾਂ ਲਈ ਲੋ ਬੋਇਲਿੰਗ ਲਿਕੁਇਡ ਠੀਕ ਆ। ਇਹ ਮਰਕਰੀ ਤੇ ਜ਼ਿੰਕ ਲਈ ਯੂਜ਼ ਹੁੰਦਾ। ਲਿਕੁਏਸ਼ਨ ਜਿਨ੍ਹਾਂ ਦਾ ਲੋ ਮੈਲਟਿੰਗ ਪੁਆਇੰਟ, ਜਿਨ੍ਹਾਂ ਦਾ ਕੀ ਆ ਲੋ ਮੈਲਟਿੰਗ ਪੁਆਇੰਟ, ਇਹ ਟਿਨ, ਵਿਸਮਥ ਤੇ ਲੈਡ। ਕੌਣ ਟਿਨ, ਵਿਸਮਥ ਤੇ ਲੈਡ ਠੀਕ ਹੈ TBl। ਇਲੈਕਟ੍ਰੋ ਰਿਫਾਈਨਿੰਗ ਇਹ ਕਰਦੇ ਇਲੈਕਟ੍ਰੀਸਿਟੀ ਪਾਸ ਕਰਾ ਕੇ ਅਸੀਂ ਕਾਪਰ ਲਈ ਠੀਕ ਆ। ਇਹ ਵੀ ਯਾਦ ਰੱਖੋ ਇੰਪਿਓਰ ਜਾ ਕੇ ਹੁੰਦੀ ਹੈ ਐਨੋਡ ਤੇ ਜਮਾ, ਜਿਹੜੀ ਪਿਓਰ ਹੁੰਦੀ ਆ ਉਹ ਕੈਥੋਡ ਤੇ ਠੀਕ ਆ। ਪਿਓਰ ਮੈਟਲ ਨੇ ਜਾ ਕੇ ਕਿਤੇ ਜਮਾ ਹੋਣਾ ਕੈਥੋਡ ਤੇ ਠੀਕ ਆ, ਬਿਲਕੁਲ ਪਿਓਰ ਆ ਠੀਕ ਆ। ਉਹਨੇ ਹੋਣਾ ਜਾ ਕੇ ਕੈਥੋਡ ਤੇ, ਜਿਹੜੀ ਇੰਪਿਓਰ ਹੋਣੀ ਆ ਠੀਕ ਆ। ਇੰਪਿਓਰ ਦੀ ਆਵਾਜ਼ ਆਉਂਦੀ ਨਾ ਐਨੋਡ, ਇੰਪਿਓਰ ਅੰਪਿਓਰ ਇੱਦਾਂ ਹੀ ਥੋੜ੍ਹਾ ਯਾਦ ਰੱਖ ਲਿਓ ਠੀਕ ਆ। ਇੰਪਿਓਰ ਤੇ ਇਹ ਜਾ ਕੇ ਜਮ੍ਹਾਂ ਹੋਏਗੀ ਐਨੋਡ ਤੇ। ਜ਼ੋਨ ਰਿਫਾਈਨਿੰਗ ਵੈਰੀ ਇੰਪੋਰਟੈਂਟ, ਜਦੋਂ ਸਾਨੂੰ ਬਹੁਤ ਜ਼ਿਆਦਾ ਹਾਈ ਪਿਓਰਿਟੀ ਚਾਹੀਦੀ ਹੁੰਦੀ ਹੈ ਨਾ ਮੈਟਲ ਕੀ ਆ ਨਾ ਪਿਓਰ ਹੋਣ, ਉਦੋਂ ਅਸੀਂ ਜ਼ੋਨ ਰਿਫਾਈਨਿੰਗ ਮੈਥਡ ਯੂਜ਼ ਕਰਦੇ ਹਾਂ। ਕਿਉਂਕਿ ਜੇ ਇਹਦਾ ਪ੍ਰਿੰਸੀਪਲ ਪੇਪਰ 'ਚ ਆ ਜਾਂਦਾ ਕਿ ਇੰਪਿਊਰਿਟੀਜ਼ ਜ਼ਿਆਦਾ ਸੋਲੂਬਲ ਹੁੰਦੀਆਂ ਇਨ ਮੈਲਟ ਦੈਨ ਇਨ ਸੋਲਿਡ ਸਟੇਟ। ਮਤਲਬ ਜਦੋਂ ਮੋਲਟਨ ਸਟੇਟ 'ਚ ਆ ਜਾਂਦੀਆਂ ਨਾ ਉਦੋਂ ਜ਼ਿਆਦਾ ਮੈਲਟ ਇੰਪਿਊਰਿਟੀਜ਼ ਜਿਹੜੀਆਂ ਜ਼ਿਆਦਾ ਸੋਲੂਬਲ ਹੁੰਦੀਆਂ। ਇੰਪੋਰਟੈਂਟ ਇਹ ਆ ਜਿੰਨੇ ਸੈਮੀ ਕੰਡਕਟਰ ਹੁੰਦੇ ਆ ਸਿਲੀਕਨ, ਜਰਮੇਨੀਅਮ, ਗੈਲੀਅਮ, ਇਹਨਾਂ ਲਈ ਜ਼ਿਆਦਾ ਆਪਾਂ ਨਾ ਇਹ ਯੂਜ਼ ਕਰਦੇ ਹਾਂ ਠੀਕ ਆ। ਇਹ ਵਾਲਾ ਗੈਲੀਅਮ, ਜਰਮੇਨੀਅਮ, ਸਿਲੀਕਨ, ਇਹਨਾਂ ਲਈ ਜ਼ੋਨ ਰਿਫਾਈਨਿੰਗ ਸਿੱਧਾ ਹੀ ਪੇਪਰ 'ਚ ਕਈ ਵਾਰੀ ਪੁੱਛ ਲੈਂਦੇ ਆ। ਇਲੈਕਟ੍ਰੋਲਾਈਟਿਕ ਰਿਫਾਈਨਿੰਗ 'ਚ ਕਰੰਟ ਪਾਸ ਕਰਾਉਣਾ ਸੀ ਕਾਪਰ ਲਈ। ਇੰਪਿਓਰ ਅਰਥ, ਇੰਪਿਓਰ ਇੱਦਾਂ ਥੋੜ੍ਹਾ ਯਾਦ ਕਰਕੇ ਐਨੋਡ, ਕੈਥੋਡ ਠੀਕ ਹੈ। ਇਹ TBl ਲਿਕੁਏਸ਼ਨ TBl ਠੀਕ ਹੈ। TBl ਤੋਂ ਐਂਡ ਤੇ ਹੋਇਆ L ਤੇ ਲਿਕੁਏਸ਼ਨ ਠੀਕ ਹੈ। ਟਿਨ, ਬਿਸਮਿਥ ਤੇ ਲੈਡ। ਪਹਿਲਾ ਕਿਹੜਾ ਸੀਗਾ ਡਿਸਟੀਲੇਸ਼ਨ ਠੀਕ ਹੈ, ਲੋ ਬੋਇਲਿੰਗ, ਇਹ ਵੀ ਦੇਖਣਾ ਯਾਦ। ਲਿਕੁਇਡ ਮਤਲਬ ਮੈਲਟ ਕਰ ਜਾਣਾ ਚੀਜ਼ਾਂ ਠੀਕ ਹੈ, ਮੈਲਟਿੰਗ ਪੁਆਇੰਟ ਦੇ ਆਧਾਰ 'ਤੇ। ਡਿਸਟੀਲੇਸ਼ਨ ਲੋ ਬੋਇਲਿੰਗ ਪੁਆਇੰਟ ਸੇ ਮਰਕਰੀ ਤੇ ਜ਼ਿੰਕ ਠੀਕ ਹੈ, ਜ਼ਿੰਕ ਤੇ ਮਰਕਰੀ ਠੀਕ ਹੈ। ਉਸ ਤੋਂ ਬਾਅਦ ਹੈਗਾ ਆ ਜੀ ਸਾਡੇ ਕੋਲ ਇਹਦੇ ਵਿੱਚ ਨਾ ਇੱਕ ਵੈਨ ਆਰਕਲ ਮੈਥਡ ਵੀ ਸਾਡੇ ਕੋਲ ਆਉਂਦਾ ਹੁੰਦਾ। ਵੈਨ ਆਰਕਲ ਮੈਂ ਜਿਹਦਾ ਨਿੱਕਲ ਆ ਨਾ, ਨਿੱਕਲ ਦੀ ਇੱਕ ਨਾ ਵੇਪਰ ਫੇਸ ਰਿਫਾਈਨਿੰਗ ਹੁੰਦੀ ਆ। ਵੇਪਰ ਫੇਸ ਰਿਫਾਈਨਿੰਗ, ਵੇਪਰ ਫੇਸ ਰਿਫਾਈਨਿੰਗ ਦੇ ਅੰਦਰ ਨਾ ਇੱਕ ਨਿੱਕਲ ਹੀ ਆਪਾਂ ਯੂਜ਼ ਕਰਦੇ ਹਾਂ, ਮੌਂਡ ਪ੍ਰੋਸੈਸ ਕਹਿੰਦੇ ਇਹਨੂੰ। ਮੌਂਡ ਪ੍ਰੋਸੈਸ ਕਈ ਵਾਰੀ ਸਿੱਧਾ ਹੀ ਪੁੱਛ ਲੈਂਦੇ। ਵੈਨ ਆਰਕਲ ਟਿਨ ਤੇ ਜ਼ਿਰਕੋਨੀਅਮ ਲਈ ਠੀਕ ਹੈ, ਟਾਈਟੇਨੀਅਮ ਤੇ ਜ਼ਿਰਕੋਨੀਅਮ ਲਈ ਆਪਾਂ ਕਿਹੜਾ ਕਰਦੇ ਵੈਨ ਆਰਕਲ ਮੈਥਡ। ਕਈ ਵਾਰ ਨਾ ਡਾਇਰੈਕਟ ਪੇਪਰ 'ਚ ਪੁੱਛਿਆ ਜਾਂਦਾ ਵੈਨ ਆਰਕਲ ਮੈਥਡ ਤੇ ਇੱਕ ਮੌਂਡ ਪ੍ਰੋਸੈਸ ਜਿਹਦੇ 'ਚ ਵੇਪਰ ਫੇਸ ਰਿਫਾਈਨਿੰਗ ਹੁੰਦੀ ਆ ਠੀਕ ਹੈ। ਨੈਕਸਟ ਵੀਡੀਓ 'ਚ ਮੈਂ ਤੁਹਾਨੂੰ ਕੁਛ ਹੋਰ ਇਹਦਾ